ਪਹਿਲਾਂ ਤਾਂ ਸੈਂਟਰ ਸਰਕਾਰ ਨੇ ਮਾਰਤੇ ਲੋਕ, ਹੁਣ ਪੰਜਾਬ ਸਰਕਾਰ ਮਾਰ ਰਹੀ ਆ ਸਾਨੂੰ, ਕਿਉਂਕਿ ਰਹਿੰਦਾ ਖੂੰਦਾ ਉੱਤੋਂ ਰੱਬ ਡਰਾਉਣ ਲੱਗ ਰਿਹਾ ਹੈਗਾ। ਖੁਦ ਮੈਂ ਆਪ 40 ਸਾਲ ਦਾ ਕਾਂਗਰਸੀ ਹਾਂ, 40 ਸਾਲ ਹੋ ਗਏ ਮੈਨੂੰ ਕਾਂਗਰਸ ਦੇ ਵਿੱਚ, ਪਰ ਮੈਂ ਐਤਕੀ ਐਂ ਕਹਿੰਦਾ ਵੀ ਕਾਂਗਰਸ ਦਾ ਬੇੜਾ ਬਿਠਾਉਣ ਵਾਲਾ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਹੈਗਾ। ਅੱਜ ਮੈਂ ਕਾਂਗਰਸ ਦੇ ਖਿਲਾਫ ਕਿਉਂ ਬੋਲ ਰਿਹਾ, ਕਿਉਂਕਿ ਕਾਂਗਰਸ ਨੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੇ ਜਮੀ ਬੇੜਾ ਗਰਕ ਕਰਤਾ ਪੰਜਾਬ ਦਾ। ਤਕਰੀਬਨ ਵਾਂਗੂ ਅੱਧੀਆਂ ਕਣਕਾਂ ਦੇ ਉੱਪਰ ਤਾਂ ਜੀ ਤਰਪਾਲਾਂ ਵੀ ਨਹੀਂ ਹੈਗੀਆਂ। ਮੀਂਹ ਦਾ ਮੌਸਮ ਤੁਹਾਡੇ ਸਾਹਮਣੇ ਚੱਲ ਰਿਹਾ ਹੈਗਾ ਤੇ ਸਾਨੂੰ ਬਾਰਦਾਨੇ ਦੀ ਸਭ ਤੋਂ ਵੱਡੀ ਸ਼ਾਰਟੇਜ ਪੈ ਰਹੀ ਹੈ ਜੀ। ਕੋਈ ਪ੍ਰਸ਼ਾਸਨ ਦਾ ਮੈਂਬਰ ਨਹੀਂ ਪਹੁੰਚਿਆ ਜੀ, ਕੋਈ ਅਧਿਕਾਰੀ ਨਹੀਂ ਪਹੁੰਚਿਆ ਰਹੀ ਜੀ। ਅਸੀਂ ਤਾਂ ਅੱਕੇ ਬੈਠੇ ਹਾਂ ਜੀ। ਅੱਜ ਸਾਨੂੰ ਤਾਂ ਹੀ ਮਾੜਾ ਚੰਗਾ ਕਹਿਣਾ ਪੈ ਰਿਹਾ ਜੀ। ਸਾਡਾ ਕੋਈ ਦਿਲ ਨਹੀਂ ਕਰ ਰਿਹਾ ਸੀ ਕਿਸੇ ਨੂੰ ਮਾੜਾ ਚੰਗਾ ਕਹਿਣ ਵਾਸਤੇ, ਪਰ ਆ ਪਿੱਛੇ ਤੁਸੀਂ ਖੁਦ ਹੀ ਦੇਖ ਸਕਦੇ ਹੋ ਜੀ ਵੀ ਕਿੰਨੇ ਕੁ ਪ੍ਰਬੰਧ ਕਰੇ ਹੋਏ ਨੇ ਜੀ ਖੁਦ ਦੜਬੇ ਦੇ ਵਿੱਚ ਜੀ। ਇੱਥੇ ਖੜ ਕੇ ਜਦੋਂ ਉਹ ਫੋਟੋਆਂ ਖਿਚਾ ਐਸਡੀਐਮ ਕਹਿੰਦੀ ਸੀ ਵੀ ਪੁਖਤਾ ਇੰਤਜ਼ਾਮ ਨੇ, ਸ਼ਰਮ ਨਹੀਂ ਆਉਂਦੀ ਇਸ ਚੀਜ਼ ਨੂੰ ਕਹਿੰਦੇ ਨੂੰ ਵੀ ਕੀ ਇੰਤਜ਼ਾਮ ਨੇ, ਦੇਖ ਲਓ। ਜਿਵੇਂ ਹੀ ਕਿਸਾਨਾਂ ਦਾ ਜਿਹੜਾ ਹੈਗਾ ਪ੍ਰਦਰਸ਼ਨ ਦਿੱਲੀ ਦੇ ਵਿੱਚ ਚੱਲ ਰਿਹਾ ਸੀਗਾ, ਤਾਂ ਉਸ ਤੋਂ ਬਾਅਦ ਹਾੜੀ ਦਾ ਸੀਜ਼ਨ ਸ਼ੁਰੂ ਹੋਇਆ। ਜਿਵੇਂ ਹੀ ਹਾੜੀ ਦਾ ਸੀਜ਼ਨ ਸ਼ੁਰੂ ਹੋਇਆ ਤਾਂ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਹੌਸਲੇ ਬੁਲੰਦ ਕਰਨ ਦੇ ਲਈ ਇੱਕ ਬਿਆਨ ਜਾਰੀ ਕੀਤਾ ਕਿ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਨਹੀਂ ਰੁਲਣ ਦਿੱਤਾ ਜਾਊਗਾ। ਪਰ ਲੇਕਿਨ ਮੈਂ ਤੁਹਾਨੂੰ ਇੱਕ ਵਾਰੀ ਤਸਵੀਰਾਂ ਜ਼ਰੂਰ ਦਿਖਾ ਦਿੰਦਾ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਇਹਨਾਂ ਕਿਸਾਨਾਂ ਦੇ ਚਿਹਰੇ ਦੇਖ ਸਕਦੇ ਹੋ। ਬੇਸ਼ੱਕ ਮੌਸਮ ਹੈ ਜਿਹੜਾ ਉਹ ਸੁਹਾਵਣਾ ਹੋਇਆ ਹੈ, ਪਰ ਲੇਕਿਨ ਕਿਸਾਨਾਂ ਦੇ ਚਿਹਰੇ ਨੇ ਜਿਹੜੇ ਉਹ ਮੁਰਝਾਏ ਹੋਏ ਨੇ। ਕਿਉਂ ਮੁਰਝਾਏ ਹੋਏ ਨੇ? ਕਿਉਂਕਿ ਕਿਸਾਨਾਂ ਦੀਆਂ ਫਸਲਾਂ ਨੇ ਜਿਹੜੀਆਂ ਉਹ ਮੰਡੀ ਦੇ ਵਿੱਚ ਰੁਲਣ ਦੇ ਕਗਾਰ ਦੇ ਉੱਪਰ ਨੇ। ਉੱਪਰੋਂ ਮੌਸਮ ਹੈ ਜਿਹੜਾ ਉਹ ਵੀ ਖਰਾਬ ਹੋ ਰਿਹਾ ਹੈ। ਸਾਡੇ ਨਾਲ ਕੁਝ ਕਿਸਾਨ ਹੈਗੇ ਨੇ, ਗੱਲਬਾਤ ਇਹਨਾਂ ਦੇ ਨਾਲ ਜ਼ਰੂਰ ਕਰ ਲੈਂਦੇ ਹਾਂ ਕਿ ਕਾਰਨ ਕੀ ਹੈਗਾ ਅੱਜ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਸਰਕਾਰ ਦੇ ਖਿਲਾਫ। ਕੀ ਕਾਰਨ ਹੈਗਾ ਸਰਪੰਚ ਸਾਹਿਬ, ਕੀ ਕਾਰਨ ਹੈ ਜਿਹੜਾ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਪ੍ਰਦਰਸ਼ਨ ਕੀਤਾ ਜਾ ਰਿਹਾ? ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਮੰਡੀ ਦੇ ਵਿੱਚ ਪਈਆਂ ਹੈਗੀਆਂ ਨੇ, ਵੱਡੀ ਤਾਦਾਦ ਦੇ ਵਿੱਚ ਫਸਲ ਪਈ ਹੈਗੀ ਹੈ, ਕੀ ਕਹਿਣਾ ਚਾਹੋਗੇ? ਦੇਖੋ ਜੀ, ਗੱਲ ਇਹ ਹੈ ਵੀ ਪਹਿਲਾਂ ਤਾਂ ਸੈਂਟਰ ਸਰਕਾਰ ਨੇ ਮਾਰਤੇ ਲੋਕ, ਹੁਣ ਪੰਜਾਬ ਸਰਕਾਰ ਮਾਰ ਰਹੀ ਆ ਸਾਨੂੰ, ਕਿਉਂਕਿ ਰਹਿੰਦਾ ਖੂੰਦਾ ਉੱਤੋਂ ਰੱਬ ਡਰਾਉਣ ਲੱਗ ਰਿਹਾ ਹੈਗਾ। ਤੇ ਜਿਹੜਾ ਇਹਨਾਂ ਨੇ ਕੈਪਟਨ ਸਾਹਿਬ ਬਹੁਤ ਵੱਡੇ ਵੱਡੇ ਦਾਅਵੇ ਕਰਦਾ ਸੀਗਾ। ਖੁਦ ਮੈਂ ਆਪ 40 ਸਾਲ ਦਾ ਕਾਂਗਰਸੀ ਹਾਂ, 40 ਸਾਲ ਹੋ ਗਏ ਮੈਨੂੰ ਕਾਂਗਰਸ ਦੇ ਵਿੱਚ, ਪਰ ਮੈਂ ਐਤਕੀ ਐਂ ਕਹਿੰਦਾ ਵੀ ਕਾਂਗਰਸ ਦਾ ਬੇੜਾ ਬਿਠਾਉਣ ਵਾਲਾ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਹੈਗਾ। ਕਿਉਂਕਿ ਨੌਬਤ ਆ ਗਈ, ਜਿਹੜੇ ਉਹਨੇ ਸਾਡੇ ਨਾਲ ਵਾਅਦੇ ਕੀਤੇ ਸੀ, ਇੱਕ ਵੀ ਵਾਅਦਾ ਨਹੀਂ ਸਾਡੇ ਨਾਲ ਪੂਰਾ ਕੀਤਾ। ਅਸੀਂ ਵਰਕਰਾਂਗੇ, ਅਸੀਂ ਵੋਟਾਂ ਕਿਵੇਂ ਮੰਗਾਂਗੇ ਮਤਲਬ ਲੋਕਾਂ ਤੋਂ ਜਾ ਕੇ, ਜਦੋਂ ਸਾਡੇ ਵਾਅਦੇ ਨਹੀਂ ਪੂਰੇ ਕਰ ਰਹੇ ਉਹ। ਅਸੀਂ ਕਿਹੜੇ ਦਾ ਉਹ ਕਰੀਏ? ਇੱਕ ਬਾਰਦਾਨਾ ਗਾ ਜਿਹਦੇ ਪਿੱਛੇ ਅਸੀਂ ਸਾਲ ਭਰ ਦੀ ਸਾਡੀ ਖੇਤੀ ਹੈਗੀ। ਇਹ ਜਿਹੜੀ ਸਾਡੀ ਕਣਕ ਹੈਗੀ ਘਰਾਂ ਟੋਲਾਂ 'ਚ ਪਾਉਣ ਵਾਲੀ, ਉਹ ਸਾਡੀ ਬਾਹਰ ਰੁਲ ਰਹੀ ਹੈਗੀ। ਨੀਰੇ ਸਾਡੇ ਰੁਲ ਰਹੇ ਨੇ ਜਿਹੜੇ ਸਾਲ ਭਰ ਖਵਾਵਾਂਗੇ ਡੰਗਰਾਂ ਨੂੰ। ਪਰ ਹੁਣ ਕਰੀਏ ਕੀ? ਇੱਥੇ ਦੇਖੋ ਤੁਸੀਂ, ਸਰਕਾਰ ਦੀ ਕੋਈ ਇੰਨੀ ਨਗੈਲੀ ਹੈਗੀ। ਅੱਜ ਜਿੱਥੇ ਅਸੀਂ ਖੜਿਆਂਗੇ ਇਹ ਸਾਰੇ ਮੰਡੀ ਦੇ ਨੀਵਾਂ ਹੋਵੇਗਾ ਫੜ, ਜੇ ਕੰਨ 4 ਕਣੀਆਂ ਪੈ ਗਈਆਂ ਸਾਡੀ ਕਣਕ ਸਾਰੀ ਰੁਲ ਜੂ। ਮੀਂਹ ਵੀ ਪੈ ਰਿਹਾ, ਬਰਸਾਤ ਪੈ ਰਹੀ ਹੈ, ਉੱਤੋਂ ਸਰਕਾਰ ਕਹਿੰਦੀ ਸੀ ਕਿ ਮੰਡੀਆਂ ਦੇ ਵਿੱਚ ਨਹੀਂ ਰੁਲਣ ਦਿੱਤਾ ਜਾਊਗਾ, ਪਰ ਲੇਕਿਨ ਕਾਰਨ ਕੀ ਹੈਗਾ? ਹੁਣ ਕਈ ਦਿਨ ਹੋ ਗਏ ਫਸਲਾਂ ਲਈ ਬੈਠੇ ਹੈਗੇ ਹੋ ਤੁਸੀਂ, ਕੀ ਕਾਰਨ ਹੈ ਜਿਹੜਾ ਫਸਲ ਨਹੀਂ ਤੁਹਾਡੀ ਭਰਤੀ ਹੋ ਰਹੀ ਹੈਗੀ? ਦੇਖੋ ਜੀ, ਬਾਰਦਾਨੇ ਦਾ ਮਤਲਬ ਹੈਗਾ, ਜੋ ਬਾਰਦਾਨੇ ਦੀ ਸਾਨੂੰ ਸ਼ਾਰਟ ਹੋ ਰਹੀ ਹੈਗੀ। ਜਿਹੜੇ ਕੈਬਨਿਟ ਮੰਤਰੀ ਨੇ ਉਹ ਤਾਂ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਨੇ ਕਿ ਉਹਨਾਂ ਨੇ ਤਾਂ ਆਪਦੇ ਰੁਪਈਏ ਛਾਪ ਰਹੇ ਨੇ। ਉਹ ਤਾਂ ਔਖੇ ਤਾਂ ਅਸੀਂ ਹੋ ਰਹੇ ਹਾਂ ਅੱਜ। ਮੈਂ ਪਹਿਲਾਂ ਕਦੇ ਵੀ ਨਹੀਂ ਕਾਂਗਰਸ ਦੇ ਖਿਲਾਫ ਬੋਲਿਆ ਸੀ, ਪਰ ਮੈਂ 40 ਸਾਲ ਦਾ ਕਾਂਗਰਸੀ ਹਾਂਗਾ। ਅੱਜ ਮੈਂ ਕਾਂਗਰਸ ਦੇ ਖਿਲਾਫ ਕਿਉਂ ਬੋਲ ਰਿਹਾ? ਕਿਉਂਕਿ ਕਾਂਗਰਸ ਨੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੇ ਜਮੀ ਬੇੜਾ ਗਰਕ ਕਰਤਾ ਪੰਜਾਬ ਦਾ। ਹੁਣ ਕੀ ਲੱਗਦਾ ਬਾਰਦਾਨੇ ਦੀ ਕਮੀ ਕਰਕੇ ਜਿਹੜਾ ਹੈਗਾ ਇਹ ਕਿਸਾਨਾਂ ਨੂੰ ਇੱਥੇ ਫਸਲ ਲਈ ਬੈਠੇ ਹੈਗੇ ਨੇ ਕਿਸਾਨ? ਹਾਂ, ਬਾਰਦਾਨੇ ਦੀ ਹੋਇਆ ਜੀ, ਹੋਰ ਕੋਈ ਛੋਟ ਨਹੀਂ, ਕੋਈ ਆੜਤੀਆਂ ਵੱਲੋਂ ਕੋਈ ਪ੍ਰੋਬਲਮ ਨਹੀਂ ਹੈਗੀ। ਆੜਤੀ ਤਾਂ ਕਹਿੰਦੇ ਨੇ ਸਾਡੇ ਲਈ ਬਾਰਦਾਨਾ ਆ ਜਾਏ, ਇਸ ਨਾਲ ਦੀ ਨਾਲ ਤੋਲ ਦਾਂਗੇ। ਆੜਤੀਆਂ ਨੂੰ ਹੁਣ ਜੇ ਅਸੀਂ ਆੜਤੀਆਂ ਨੂੰ ਮਾੜਾ ਕਹੀਏ, ਆੜਤੀਆਂ ਨੂੰ ਅਸੀਂ ਮਾੜਾ ਕਹਿ ਕੇ ਕੀ ਕਰਾਂਗੇ? ਕਿਉਂਕਿ ਉਹ ਤਾਂ ਕਹਿੰਦੇ ਨੇ ਬਾਰਦਾਨਾ ਆਵੇ, ਅਸੀਂ ਨਾਲ ਦੀ ਨਾਲ ਤੋਲਾਂਗੇ ਜੀ। ਬਿਲਕੁਲ ਬਾਰਦਾਨੇ ਦੀ ਜਿਹੜੀ ਦਿੱਕਤ ਜਿਹੜੀ ਹੈਗੀ ਹੈ ਇੱਥੇ ਸਾਹਮਣੇ ਆ ਰਹੀ ਹੈਗੀ ਆ। ਔਰ ਸਾਡੇ ਨਾਲ ਕਿਸਾਨ ਆਗੂ ਵੀ ਨੇ ਔਰ ਨੌਜਵਾਨ ਵੀ ਕੁਝ ਹੈਗੇ ਨੇ ਜਿਹੜੇ ਇੱਥੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਨੇ ਔਰ ਆਪਣੀਆਂ ਫਸਲਾਂ ਨੇ ਜਿਹੜੀ ਉਹ ਮੰਡੀ ਦੇ ਵਿੱਚ ਲੈ ਕੇ ਆਏ ਹੋਏ ਨੇ। ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਇਹ ਅੱਜ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਸਰਕਾਰ ਦੇ ਖਿਲਾਫ? ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਅਸੀਂ ਕੈਪਟਨ ਸਰਕਾਰ ਨੂੰ ਜੀ ਬਹੁਤ ਦਿਲੋਂ ਚੰਗਾ ਸਮਝਦੇ ਸੀ, ਪਰ ਹੁਣ ਅਸੀਂ ਹੱਦ ਤੋਂ ਵੱਧ ਮਾੜਾ ਹੀ ਸਮਝਦੇ ਹਾਂ ਜੀ। ਕਿਉਂਕਿ ਆਹ ਦੇਖ ਸਕਦੇ ਹੋ ਤੁਸੀਂ ਪਿੱਛੇ ਕੈਮਰਾ ਘੁਮਾ ਕੇ ਜੀ, ਤਕਰੀਬਨ ਵਾਂਗੂ ਅੱਧੀਆਂ ਕਣਕਾਂ ਦੇ ਉੱਪਰ ਤਾਂ ਜੀ ਤਰਪਾਲਾਂ ਵੀ ਨਹੀਂ ਹੈਗੀਆਂ। ਮੀਂਹ ਦਾ ਮੌਸਮ ਤੁਹਾਡੇ ਸਾਹਮਣੇ ਚੱਲ ਰਿਹਾ ਹੈਗਾ ਤੇ ਸਾਨੂੰ ਬਾਰਦਾਨੇ ਦੀ ਸਭ ਤੋਂ ਵੱਡੀ ਸ਼ਾਰਟੇਜ ਪੈ ਰਹੀ ਹੈ ਜੀ। ਜੇ ਅਸੀਂ ਆੜਤੀ ਨੂੰ ਕਹੀਏ, ਇਹਨਾਂ ਵਿੱਚ ਆੜਤੀਆਂ ਦਾ ਕੋਈ ਦੋਸ਼ ਨਹੀਂ ਹੈਗਾ ਜੀ।
ਇਹ ਸੈਂਟਰ ਸਰਕਾਰ ਨੂੰ ਸੋਚਣਾ ਚਾਹੀਦਾ ਤੇ ਪੰਜਾਬ ਸਰਕਾਰ ਨੂੰ ਸਭ ਤੋਂ ਪਹਿਲਾਂ ਸੋਚਣਾ ਚਾਹੀਦਾ ਵੀ ਸਾਡੇ ਕਨੀ ਧਿਆਨ ਦੇਣ। ਆਹ ਫੜ ਸਭ ਤੋਂ ਨੀਮ ਆ ਜੀ, ਜੇ ਇੱਥੇ ਮੀਂਹ ਪੈ ਗਿਆ ਜਾਂ ਕਿਸੇ ਪਾਸੋਂ ਵੀ ਹੋ ਗਿਆ, ਸਾਰੇ ਜ਼ਿਮੀਂਦਾਰ ਭਾਈ ਨੇ ਜਿੰਨੇ ਜੀ ਉਹਨਾਂ ਸਾਰਿਆਂ ਦੀ ਫਸਲ ਸਾਰੀ ਪਾਣੀ ਦੇ ਵਿੱਚ ਰੁਲ ਜੂਗੀ। ਸਾਡਾ 6 ਮਹੀਨੇ ਜੀ ਫਸਲ 'ਚ ਮਰਨ ਦਾ ਕੋਈ ਫਾਇਦਾ ਨਹੀਂ ਹੈਗਾ। ਅਸੀਂ ਅੱਕੇ ਬੈਠੇ ਹਾਂ ਜੀ ਇਹਨਾਂ ਕਾਂਗਰਸੀਆਂ ਤੋਂ ਜੀ। ਜਦੋਂ ਵਾਢੀ ਦਾ ਸੀਜ਼ਨ ਸ਼ੁਰੂ ਹੋਇਆ ਸੀ ਸਰਕਾਰ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਅਸੀਂ ਰੁਲਣ ਨਹੀਂ ਦਿੰਦੇ ਹੈਗੇ, ਬੜੀ ਜਲਦੀ ਜਿਹੜੀ ਖਰੀਦ ਕੀਤੀ ਜਾਊਗੀ ਫਸਲ ਦੀ, ਪਰ ਲੇਕਿਨ ਹੁਣ ਕਿੰਨੇ ਦਿਨ ਹੋ ਗਏ ਤੁਹਾਨੂੰ ਬੈਠਿਆਂ ਨੂੰ ਇੱਥੇ? ਸਾਨੂੰ ਤਕਰੀਬਨ ਜੀ 10 ਤੋਂ 12 ਦਿਨ ਹੋ ਗਏ ਜੀ ਬੈਠੇ ਨੂੰ। ਅੱਜ ਮੇਰੇ ਹਿਸਾਬ ਨਾਲ ਜੀ ਹਲੇ ਪੱਖਾ ਮਸਾਂ ਲੱਗੇ ਜੀ। ਉਸ ਤੋਂ ਵਿੱਚ ਮੇਰੇ ਹਿਸਾਬ ਨਾਲ 2 ਵਾਰੀ ਮੀਂਹ ਪੈ ਗਿਆ ਹੋਊਗਾ ਜੀ। ਇਸ ਤੋਂ ਬਾਅਦ ਜੇ ਕੱਲ੍ਹ ਨੂੰ ਵੀ ਕਹਿੰਦੇ ਨੇ ਮੀਂਹ ਆ ਜੀ, ਜੇ ਮੀਂਹ ਜ਼ਿਆਦਾ ਪੈ ਗਿਆ ਜੀ ਉਰੇ ਕੌਣ ਜ਼ਿੰਮੇਵਾਰ ਆ ਸਾਡੀਆਂ ਫਸਲਾਂ ਦਾ? ਸਾਨੂੰ ਐਂ ਜ਼ਿੰਮੇਵਾਰ ਪਹਿਲਾਂ ਤਾਂ ਇਹੀ ਦੱਸ ਦਿਓ ਜੀ ਵੀ ਜ਼ਿੰਮੇਵਾਰ ਹੈ ਕੌਣ ਆ ਜੀ ਸਾਡੀ ਉਰੇ ਜੇ ਫਸਲਾਂ ਖਰਾਬ ਹੋ ਗਈਆਂ 6 ਮਹੀਨੇ ਦੀਆਂ ਜੀ? ਕੋਈ ਉਰੇ ਅਧਿਕਾਰੀ ਜਾਂ ਕੋਈ ਪ੍ਰਸ਼ਾਸਨ ਦਾ ਨੁਮਾਇੰਦਾ ਕੋਈ ਪਹੁੰਚਿਆ ਕੋਈ ਨਹੀਂ ਪਹੁੰਚਿਆ ਜੀ, ਕੋਈ ਪ੍ਰਸ਼ਾਸਨ ਦਾ ਮੈਂਬਰ ਨਹੀਂ ਪਹੁੰਚਿਆ ਜੀ, ਕੋਈ ਅਧਿਕਾਰੀ ਨਹੀਂ ਪਹੁੰਚਿਆ ਉਰੇ ਜੀ। ਅਸੀਂ ਤਾਂ ਅੱਕੇ ਬੈਠੇ ਹਾਂ ਜੀ। ਅੱਜ ਸਾਨੂੰ ਤਾਂ ਹੀ ਮਾੜਾ ਚੰਗਾ ਕਹਿਣਾ ਪੈ ਰਿਹਾ ਜੀ। ਸਾਡਾ ਕੋਈ ਦਿਲ ਨਹੀਂ ਕਰ ਰਿਹਾ ਸੀ ਕਿਸੇ ਨੂੰ ਮਾੜਾ ਚੰਗਾ ਕਹਿਣ ਵਾਸਤੇ, ਪਰ ਆ ਪਿੱਛੇ ਤੁਸੀਂ ਖੁਦ ਹੀ ਦੇਖ ਸਕਦੇ ਹੋ ਜੀ ਵੀ ਕਿੰਨੇ ਕੁ ਪ੍ਰਬੰਧ ਕਰੇ ਹੋਏ ਨੇ ਜੀ ਖੁਦ ਦੜਬੇ ਦੇ ਵਿੱਚ ਜੀ। ਸੋ ਬਿਲਕੁਲ ਮਲਕੀਤ ਜੀ, ਕਿਸ ਤਰ੍ਹਾਂ ਦੇਖਦੇ ਹੋ? ਹਰ ਵਾਰ ਆਪਾਂ ਦੇਖਦੇ ਹਾਂ ਕਿ ਕਿਸਾਨਾਂ ਦੀਆਂ ਫਸਲਾਂ ਮੰਡੀਆਂ ਦੇ ਵਿੱਚ ਆਉਂਦੀਆਂ ਨੇ, ਖਰੀਦ ਹੁੰਦੀ ਹੈ, ਉਸ ਤੋਂ ਬਾਅਦ ਸਰਕਾਰ ਅਨਾਜ ਖਰੀਦ ਕੇ ਜਿਹੜਾ ਹੈਗਾ ਸ਼ੈਲਰਾਂ ਦੇ ਵਿੱਚ ਲਗਾ ਦਿੰਦੀ ਹੈ, ਪਰ ਲੇਕਿਨ ਇਸ ਵਾਰ ਕੀ ਦਿੱਕਤ ਕੀ ਆ ਗਈ, ਐਡੀ ਕੀ ਨੌਬਤ ਆ ਗਈ, ਜਦ ਕਿ ਸਰਕਾਰ ਨੂੰ ਪਤਾ ਸੀਗਾ ਕਿ ਕਿਸਾਨ ਨੇ ਜਿਹੜੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ ਲੰਮੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਨੇ, ਪਰ ਲੇਕਿਨ ਇਸ ਵਾਰ ਐਡੀ ਕੀ ਨੌਬਤ ਆ ਗਈ ਕਿ ਸਰਕਾਰ ਜਿਹੜੀ ਹੈਗੀ ਆ ਬਾਰਦਾਨੇ ਦਾ ਪ੍ਰਬੰਧ ਹੀ ਨਹੀਂ ਕਰ ਸਕੀ? ਦੇਖੋ ਜੀ, ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਜਿਹੜੀ ਸਰਕਾਰ ਸਾਡੇ ਨਾਲ ਵਾਅਦੇ ਕਰਦੀ ਤੀ, ਵਾਅਦੇ ਵੀ ਜੇ ਅਸੀਂ ਛੱਡ ਦਈਏ ਸਰਕਾਰ ਦੀ ਅੱਖ ਦੇ ਵਿੱਚ ਤਾਂ ਅਸੀਂ ਦਿੱਲੀ ਬੈਠੀ ਰੜਕਦੇ ਹਾਂ। ਆ ਜਿਹੜਾ ਠੇਠਰ ਇੱਥੇ ਦੀ ਸਰਕਾਰ ਕਰਦੀ ਹੈ, ਮਿਲੀਆਂ ਜੁਲੀਆਂ ਸਰਕਾਰਾਂ ਨੇ, ਅਬਾਨੀਆਂ ਅਡਾਨੀਆਂ ਦੇ ਅਧੀਨ ਇਹ ਚੱਲਦੇ ਨੇ। ਜਿਹੜਾ ਇੱਥੇ ਦਾ ਕੈਪਟਨ ਸਰਕਾਰ ਗੱਲ ਇਹ ਕਹਿੰਦਾ ਸੀ ਵੀ ਪੁਖਤਾ ਇੰਤਜ਼ਾਮ ਨੇ ਹਰ ਇੱਕ ਚੀਜ਼ ਦੇ। ਐਸਡੀਐਮ ਨਾਲ ਸਾਡੀ 2 ਵਾਰੀ ਮੀਟਿੰਗ ਹੋ ਗਈ ਸਵੇਰ ਦੀ। ਐਸਡੀਐਮ ਇੱਥੇ ਦੇ ਸਕੱਤਰ ਦੇ ਉੱਤੇ ਛੱਡ ਕੇ ਭੱਜ ਗਈ। ਉਹ ਕਹਿੰਦੀ ਸੀ ਵੀ ਸਕੱਤਰ ਨੇ 4 ਵਜੇ ਤੁਹਾਡੇ ਕੋਲੇ ਜਾਣਾ। ਜਿਹੜੇ ਸਕੱਤਰ ਕੋਲੇ 4 ਵਜੇ ਜਾਓਗੇ ਸਕੱਤਰ ਸੋਨੂੰ ਮਿਲੂਗਾ। ਅਸੀਂ ਮਾਰਕੀਟ ਕਮੇਟੀ ਦੇ ਵਿੱਚ ਜਾ ਕੇ ਆਏ ਹਾਂ। ਉੱਥੇ ਜਿਹੜਾ ਸਕੱਤਰ ਸੀ ਜਿਹਦੀ ਡਿਊਟੀ ਲਾਈ ਤੀ, ਆ ਸਾਰੀ ਜਗ੍ਹਾ ਦੇਖ ਲਓ, ਉਹ ਆਪਣੀ ਡਿਊਟੀ ਤੋਂ ਭੱਜਿਆ ਹੈਗਾ। ਅਸੀਂ ਬੈਠੇ ਤੇ ਐਸਡੀਐਮ ਦਫ਼ਤਰ, ਐਸਡੀਐਮ ਦੇ ਗੇਟ ਦੇ ਵਿੱਚ ਬੈਠੇ ਤੇ, ਜਦੋਂ 4 ਵਜੇ ਦਾ ਟਾਈਮ ਸੀ 6 ਵਜੇ ਆਇਆ ਤਾਂ ਉੱਥੇ ਦਾ ਸਕੱਤਰ ਭੱਜਿਆ। ਜਿਹੜੇ ਗੱਲ ਰਹੇਗੀ ਇੰਤਜ਼ਾਮਾਂ ਦੀ, ਸਰਕਾਰ ਵੱਲੋਂ ਜਾਂ ਇੱਥੇ ਮਾਰਕੀਟ ਕਮੇਟੀ ਵੱਲੋਂ ਆੜਤੀ ਨੂੰ ਤਰਪਾਲਾਂ ਦਿੱਤੀਆਂ ਨੇ, ਉਹ ਪਹਿਲਾਂ ਸਾਨੂੰ ਤਰਪਾਲਾਂ ਦਿਖਾਉਣ ਕਿੱਥੇ ਨੇ। ਉਹ ਜਿਹੜੀ ਸਾਡੀ ਸਮੱਸਿਆ ਹੈ, ਅੱਜ ਸਾਡੇ ਉੱਤੇ ਕਹਿਰ ਰੱਬ ਵਰਤਾ ਰਿਹਾ ਹੈ, ਇੱਥੇ ਦੀਆਂ ਸਰਕਾਰਾਂ ਕਰਦੀਆਂ ਨੇ। ਮਸਲਾ ਸਾਰਾ ਅਬਾਨੀਆਂ ਤੇ ਅਡਾਨੀਆਂ ਨੂੰ ਇਹ ਕਾਰਪੋਰੇਟ ਜਿਹੜਾ ਸੈਕਟਰ ਹੈ ਉਹਨਾਂ ਨੂੰ ਦੇਣ ਦਾ ਹੈਗਾ ਵੀ ਆਪਦੇ ਆਪ ਭੱਜ ਜਾਣਗੇ, ਸਰਕਾਰ ਖਰੀਦ ਤੋਂ ਭੱਜੂਗੀ। ਇਹ ਆਪਦੇ ਆਪ ਹੱਥ ਖੜੇ ਕਰ ਦੇਣਗੇ ਵੀ ਸਾਡੀ ਜਿਹੜੋ ਮਰਜ਼ੀ ਰੇਟ ਦੇ ਉੱਤੇ ਫਸਲਾਂ ਲੈ ਲਓ, ਅਸੀਂ ਵੇਚਣ ਵਾਸਤੇ ਤਿਆਰ ਹੋ ਜਾਏ। ਪਰ ਇੱਥੇ ਦੀ ਜਿਹੜੀ ਸਰਕਾਰ ਹੈ ਉਹ ਇਹ ਮਨ ਦੇ ਵਿੱਚੋਂ ਕੱਢਦੇ ਵੀ ਜਿੰਨਾ ਚਿਰ ਗਲ ਨਹੀਂ ਵੱਢਦਾ ਅਸੀਂ ਨੀਵੀਂ ਪਾ ਕੇ ਨਹੀਂ ਖੜਦੇ। ਅਸੀਂ ਤਾਂ ਉੱਥੇ ਵੀ ਜਾਵਾਂਗੇ, ਉਰੇ ਵੀ ਖੜ੍ਹੇ ਹਾਂ। ਤੜਕੇ ਜਿਹੜਾ ਸਾਨੂੰ ਜਿਵੇਂ ਲੋਟ ਲੱਗਿਆ ਅਸੀਂ ਹਾਈ ਕਮਾਂਡ ਨਾਲ ਗੱਲ ਕਰਾਂਗੇ, ਅਸੀਂ ਰੋਡਾਂ ਘੇਰਾਂਗੇ। ਦੀ ਜ਼ਿੰਮੇਵਾਰੀ ਇੱਥੇ ਦੀ ਐਸਡੀਐਮ ਹੈ ਜਾਂ ਇੱਥੇ ਦਾ ਡੀਸੀ ਹੈ। ਅਸੀਂ ਰਾਤ ਦੀ ਰਿਕੁਐਸਟ ਪਾਈ ਤੀ, ਕਿਸੇ ਨੇ ਸਾਡੀ ਕੋਈ ਗੱਲ ਨਹੀਂ ਸੁਣੀ। ਜਿੰਨਾ ਚਿਰ ਐਸਡੀਐਮ ਦੇ ਕੋਲੇ ਨਹੀਂ ਗਏ ਉਹਨੇ ਵੀ ਨਹੀਂ ਸਾਨੂੰ ਬੁਲਾਇਆ। ਜੇ ਜ਼ਿੰਮੇਵਾਰੀ ਬਣਦੀ ਹੈ ਐਸਡੀਐਮ ਦੀ ਵੀ ਇੱਥੇ ਜਿਹੜੀ ਸਾਡੀ ਫੋਟੋ ਦੀ ਰਾਤ ਦੀ ਉਹ ਲੈਬ ਹੋਏ ਤੇ ਉਹਦੀ ਜ਼ਿੰਮੇਵਾਰੀ ਬਣਦੀ ਤੀ ਵੀ ਸਾਨੂੰ ਮਿਲਦੀ, ਉਹ ਆ ਕੇ ਸਾਡੇ ਨਾਲ ਗੱਲਬਾਤ ਕਰਦੀ। ਜਦੋਂ ਅਸੀਂ ਖੁਦ ਮਿਲਣ ਗਿਆ ਉਹਨੇ ਆਪਦੇ ਫੰਗ ਛਡਾ ਲਏ ਐਸਡੀਐਮ ਨੇ, ਸਕੱਤਰ ਦੀ ਡਿਊਟੀ ਲਾਤੀ। ਜਦੋਂ ਸਕੱਤਰ ਦੀ ਡਿਊਟੀ ਤਾਂ ਸਿਰਫ ਮਾਰਕੀਟ ਕਮੇਟੀ ਤੱਕ ਸੀਮਿਤ ਹੈ। ਇੱਥੇ ਖੜ੍ਹ ਕੇ ਜਦੋਂ ਉਹ ਫੋਟੋਆਂ ਖਿਚਾ ਐਸਡੀਐਮ ਕਹਿੰਦੀ ਤੀ ਵੀ ਪੁਖਤਾ ਇੰਤਜ਼ਾਮ ਨੇ, ਸ਼ਰਮ ਨਹੀਂ ਆਉਂਦੀ ਇਸ ਚੀਜ਼ ਨੂੰ ਕਹਿੰਦੇ ਨੂੰ ਵੀ ਕੀ ਇੰਤਜ਼ਾਮ ਨੇ, ਦੇਖ ਲਓ। ਪਰ ਲੇਕਿਨ ਇੱਕ ਮਲਕੀਤ ਜੀ, ਇੱਕ ਗੱਲ ਹੋਰ ਇੱਥੇ ਕਲੀਅਰ ਕਰਨੀ ਜ਼ਰੂਰ ਬਣਦੀ ਹੈ। ਵਾਰਦਾਨਾ ਜਿਹੜਾ ਹੈਗਾ ਇੱਕ 50 ਕਿਲੋ ਦੀ ਭਰਤੀ ਤੇ ਇੱਕ 30 ਕਿਲੋ ਦੀ ਭਰਤੀ ਵਾਲਾ ਵਾਰਦਾਨਾ ਆ ਰਿਹਾ ਹੈਗਾ। ਕਿਹੜੇ ਵਾਰਦਾਨੇ ਦੀ ਕਮੀ ਮੰਨਦੇ ਹੋ? 50 ਕਿਲੋ ਵਾਲੇ ਦੀ ਕਮੀ ਹੈ ਜਾਂ 30 ਕਿਲੋ ਵਾਲੇ ਦੀ ਕਮੀ ਹੈਗੀ ਆ? ਦੋ ਤਰ੍ਹਾਂ ਦੀ ਹੈ ਨਾ। ਸਾਈਡ ਦਾ 20 ਕਿਲੋ ਵਾਲਾ ਵੀ ਨਹੀਂ, 30 ਕਿਲੋ ਵਾਲਾ ਵੀ ਨਹੀਂ, 50 ਕਿਲੋ ਵਾਲਾ ਵੀ ਨਹੀਂ। ਆਹ ਦੇਖ ਲਓ ਢੇਰ ਲੱਗੇ ਪਏ ਨੇ। ਅਸੀਂ ਕਿਵੇਂ ਕਹਿ ਦਾਂਗੇ ਵੀ ਇੱਥੇ ਬਾਰਦਾਨਾ ਹੈਗਾ? ਜੇ 30 ਕਿਲੋ ਵਾਲਾ ਵੀ ਭਰ ਲੈਣ, ਸਾਨੂੰ ਕੀ ਚੱਕਰ ਹੈ? ਭਰ ਦੇਣ, ਸਾਨੂੰ ਤਾਂ ਇੱਥੋਂ ਤੋਰਨ ਨਾ। ਆਪਦੀ ਸਿਰਦਰਦੀ ਚੱਕੇ ਇੱਥੇ ਦੀ ਸਰਕਾਰ ਆ। ਜਦੋਂ ਇੱਥੇ ਸਿਰਦਰਦੀ ਚੱਕੂਗੀ ਅਸੀਂ ਆਪਦੇ ਘਰਾਂ ਦੇ ਵਿੱਚ ਜਾਵਾਂਗੇ। ਅਸੀਂ 6-6 ਮਹੀਨੇ ਇਹ ਬੱਚਿਆਂ ਵਾਂਗੂ ਪਾਲੀਏ ਫਸਲ। ਜਿਹੜੀ ਫਸਲ ਪਾਲੀ ਹੈ ਅੱਜ ਅਸੀਂ ਮਜਬੂਰ ਹੋਏ ਹਾਂ, ਸਾਡੇ ਹੱਥ ਵੱਡੇ ਪਏ ਨੇ। ਇੱਥੇ ਦਾ ਪ੍ਰਸ਼ਾਸਨ ਭੱਜਿਆ ਹੋਇਆ। ਪ੍ਰਸ਼ਾਸਨ ਐਸਡੀਐਮ 2-3 ਜਗ੍ਹਾ ਚਾਰਜ ਹੈ, ਜਿੱਥੇ ਜੀ ਕਰਦਾ ਉੱਥੇ ਤੁਰੀ ਫਿਰਦੇ ਨੇ ਇੱਥੇ ਦੇ ਪ੍ਰਸ਼ਾਸਨ ਅਧਿਕਾਰੀ। ਆਹ ਸਾਡੀ ਮੰਡੀ ਦੇ ਵਿੱਚ ਗਰਾਊਂਡ ਦੇ ਉੱਤੇ ਆ ਕੇ ਗੱਲਬਾਤ ਕਰਨ। ਇਹਦਾ ਤੁਸੀਂ ਜਿਹੜਾ ਹੈਗਾ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ? ਪ੍ਰਸ਼ਾਸਨ ਨੂੰ ਮੰਨਦੇ ਹੋ ਜਾਂ ਸਰਕਾਰ ਨੂੰ ਮੰਨਦੇ ਹੈਗੇ ਹੋ? ਕਿਹਨੂੰ ਜ਼ਿੰਮੇਵਾਰ ਮੰਨਦੇ ਹੋ? ਇੱਥੇ ਜਿਹੜੀ ਗੱਲ ਆ ਗਈ ਇਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਵੀ ਬਣਦੀ ਹੈ। ਇਹ ਬਣਦੀ ਕਿ ਇੱਥੇ ਦੀ ਐਸਡੀਐਮ ਦੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਇਹ ਬਣਦੀ ਹੈ, ਜਦੋਂ ਢੇਰੀ ਦੇ ਉੱਤੇ ਖੜ੍ਹ ਕੇ ਫੋਟੋ ਖਿਚਾਉਂਦੀ ਤੀ ਇੱਥੇ ਦੀ ਜਿਹੜੀ ਲੇਡੀ ਹੈ, ਮੈਡਮ ਹੈ, ਉਹਦਾ ਜ਼ਿੰਮੇਵਾਰੀ ਨਹੀਂ ਬਣਦੀ ਤੀ ਵੀ ਇੱਥੇ ਦੀ ਸਰਕਾਰ ਨੂੰ ਰਿਮਾਈਂਡਰ ਕੱਢੇ, ਉਹਨਾਂ ਨੂੰ ਚਿੱਠੀ ਕੱਢੇ, ਚਿੱਠੀ ਇਸ਼ੂ ਕਰੇ ਵੀ ਮੇਰੀ ਮੰਡੀ ਦੇ ਵਿੱਚ ਬਾਰਦਾਨਾ ਨਹੀਂ ਹੈਗਾ। ਡਿਊਟੀ ਉਹਦੀ ਵੀ ਬਣਦੀ ਹੈ। ਡਿਊਟੀ ਉੱਪਰ ਵਾਲੇ ਜਿਹੜਾ ਕੈਪਟਨ ਸਾਹਿਬ ਬੈਠਾ ਹੈ ਜਾਂ ਉਹਦੇ ਸੱਪਾ ਸਲਾਰ ਬੈਠੇ ਨੇ, ਕੈਪਟਨ ਦੇ ਜਿਹੜੇ ਕੈਬਨਿਟ ਰੈਂਕ ਦੇ ਅਹੁਦੇਦਾਰ ਬੈਠੇ ਨੇ, ਉਹਨਾਂ ਦੀ ਡਿਊਟੀ ਕਿਉਂ ਨਹੀਂ ਬਣਦੀ? ਸਭ ਦੀ ਡਿਊਟੀ ਬਣਦੀ ਹੈ।
ਉਹਨਾਂ ਨੂੰ ਕਰਨੀ ਬਣਦੀ ਤੀ ਤੇ ਉਹ ਕਰਦੇ। ਜੇ ਇਹਦਾ ਕੋਈ ਹੱਲ ਨਹੀਂ ਨਿਕਲਦਾ ਹੈਗਾ, ਬਾਰਦਾਨੇ ਦਾ ਕੋਈ ਹੱਲ ਨਹੀਂ ਨਿਕਲਦਾ ਹੈਗਾ, ਤਾਂ ਮੰਡੀ ਦੇ ਵਿੱਚ ਜਿਹੜੀ ਤੁਹਾਡੀਆਂ ਫਸਲਾਂ ਪਈਆਂ ਨੇ, ਇਸ ਤਰ੍ਹਾਂ ਹੀ ਬਾਰਿਸ਼ ਪੈਣ ਲੱਗ ਰਹੀ ਹੈਗੀ ਹੈ, ਫਿਲਹਾਲ ਵੀ ਬਾਰਿਸ਼ ਪੈ ਰਹੀ ਹੈ, ਮੈਂ ਦਰਸ਼ਕਾਂ ਨੂੰ ਵੀ ਦੱਸ ਦਿੰਦਾ ਕਿ ਬਾਰਿਸ਼ ਪੈਣ ਲੱਗ ਰਹੀ ਹੈ, ਤਾਂ ਅਗਲਾ ਸੰਘਰਸ਼ ਹੈ ਜਿਹੜਾ ਕਿਸ ਤਰ੍ਹਾਂ ਦਾ ਸੰਘਰਸ਼ ਹੋਊਗਾ ਤੁਹਾਡਾ? ਅਸੀਂ ਸਵੇਰੇ ਦੇ ਸੰਘਰਸ਼ ਵਿੱਢਾਂਗੇ ਜੇ ਸਾਡੇ ਨਾਲ ਸਵੇਰ ਤੱਕ 9 ਵਜੇ ਤੱਕ ਗੱਲ ਨਾ ਕੀਤੀ। ਅਸੀਂ ਪਿੰਡਾਂ ਦੇ ਵਿੱਚ ਸੁਨੇਹੇ ਦਿੰਦੇ ਹਾਂ, ਪਿੰਡਾਂ ਦੇ ਕੁਝ ਪਿੰਡਾਂ ਨੂੰ ਅਸੀਂ ਸੁਨੇਹੇ ਲਾਏ ਨੇ, ਤੇ ਅਸੀਂ ਤੜਕੇ ਇੱਥੇ ਜਿਹੜਾ ਰੋਡ ਜਾਮ ਕਰਾਂਗੇ ਤਾਂ ਉਹਦੀ ਜ਼ਿੰਮੇਵਾਰੀ ਇੱਥੇ ਦੇ ਪ੍ਰਸ਼ਾਸਨ ਦੀ ਹੋਊਗੀ। ਸੋ ਬਿਲਕੁਲ ਇੱਕ ਵਾਰੀ ਮੈਂ ਤਸਵੀਰਾਂ ਜ਼ਰੂਰ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦੇਣਾ, ਚਾਰੇ ਪਾਸੇ ਜਿਹੜੀਆਂ ਹੈਗੀਆਂ ਫਸਲਾਂ ਦੀਆਂ ਜਿਹੜੀਆਂ ਢੇਰੀਆਂ ਨੇ, ਅੰਬਾਰ ਨੇ ਜਿਹੜੇ ਫਸਲਾਂ ਦੇ ਕਿਸ ਤਰ੍ਹਾਂ ਲੱਗੇ ਹੋਏ ਨੇ। ਵੱਡੀ ਤਾਦਾਦ ਦੇ ਵਿੱਚ ਜਿਹੜੀਆਂ ਹੈਗੀਆਂ ਫਸਲਾਂ ਮੰਡੀ ਦੇ ਵਿੱਚ ਪਈਆਂ ਹੈਗੀਆਂ ਨੇ, ਪਰ ਲੇਕਿਨ ਕਈ ਦਿਨ ਹੋ ਗਏ ਨੇ ਕਿਸਾਨਾਂ ਨੂੰ ਇੱਥੇ ਬੈਠਿਆਂ ਨੂੰ, ਹਜੇ ਤੱਕ ਜਿਹੜੀ ਹੈਗੀ ਆ ਫਸਲ ਇਹਨਾਂ ਦੀ ਭਰਤੀ ਨਹੀਂ ਹੋਈ ਹੈ, ਤਲਵਾਈ ਜਿਹੜੀ ਨਹੀਂ ਹੋਈ, ਕਿਉਂਕਿ ਬਾਰਦਾਨੇ ਦੀ ਕਮੀ ਜਿਹੜੀ ਕਹੀ ਜਾ ਰਹੀ ਹੈਗੀ ਆ ਕਿ ਬਾਰਦਾਨੇ ਦੀ ਵੱਡੀ ਕਮੀ ਆ ਰਹੀ ਹੈਗੀ ਆ। ਔਰ ਸਾਡੇ ਨਾਲ ਇਸ ਵਕਤ ਕੈਪਟਨ ਗੁਲਾਬ ਸਿੰਘ ਜੀ ਵੀ ਹੈਗੇ ਨੇ, ਕਿਉਂਕਿ ਵੱਡੇ ਪੱਧਰ ਦੇ ਉੱਪਰ ਜੇ ਆਪਾਂ ਗੱਲ ਕਰ ਲਈਏ ਬਾਰਦਾਨੇ ਦੀ ਕਿਤੇ ਨਾ ਕਿਤੇ ਕਮੀ ਹੈਗੀ ਆ। ਕੈਪਟਨ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਬਾਰਦਾਨੇ ਦੀ ਕਮੀ ਹੈ? ਕਿਸਾਨਾਂ ਦੇ ਵਿੱਚ ਕਾਫੀ ਰੋਹ ਦੇਖਣ ਨੂੰ ਮਿਲ ਰਿਹਾ, ਕਿਉਂਕਿ ਫਸਲਾਂ ਨੇ ਜਿਹੜੀਆਂ ਪਹਿਲਾਂ ਖੇਤਾਂ ਦੇ ਵਿੱਚ ਖੜੀਆਂ ਸੀ, ਬੜੀ ਮੁਸ਼ਕਿਲ ਦੇ ਨਾਲ ਕਿਸਾਨਾਂ ਨੇ ਪੁੱਤਾਂ ਵਾਂਗੂ ਪਾਲੀਆਂ, ਕਿਉਂਕਿ ਦਿੱਲੀ ਦੇ ਵਿੱਚ ਵੀ ਸੰਘਰਸ਼ ਚੱਲ ਰਿਹਾ ਹੈ। ਔਰ ਹੁਣ ਜਿਹੜੀਆਂ ਫਸਲਾਂ ਨੇ ਜਦੋਂ ਪੱਕ ਕੇ ਤਿਆਰ ਹੋ ਗਿਆ, ਮੰਡੀਆਂ ਦੇ ਵਿੱਚ ਪਈਆਂ ਨੇ, ਪਾਣੀ ਦੇ ਵਿੱਚ ਰੁੜ ਰੁੜ ਕੇ ਖਰਾਬ ਹੋਣ ਲੱਗੀਆਂ ਹੋਈਆਂ ਨੇਗੀਆਂ। ਪ੍ਰਸ਼ਾਸਨ ਨਾਲ ਤੁਹਾਡੀ ਵੀ ਗੱਲਬਾਤ ਹੋਈ ਹੋਊਗੀ ਬਾਰਦਾਨੇ ਨੂੰ ਲੈ ਕੇ, ਕਿਸ ਤਰ੍ਹਾਂ ਕੋਈ ਗੱਲਬਾਤ ਲਵੇ ਲੱਗੂ ਕੋਈ? ਜੀ ਅੱਜ ਤੋਂ 3 ਦਿਨ ਪਹਿਲਾਂ ਤੱਕ ਹਰ ਇੱਕ ਮੰਡੀ ਦੇ ਵਿੱਚ ਬੜਾ ਸਮੂਥਲੀ ਕੰਮ ਚੱਲ ਰਿਹਾ ਸੀਗਾ, ਬੋਲੀ ਵੀ ਲੱਗੀ ਸੀਗੀ ਤੇ ਬਾਰਦਾਨਾ ਭਰਨਾ ਵੀ ਸ਼ੁਰੂ ਹੋਇਆ ਸੀਗਾ। ਲਗਭਗ 30% ਜਿਹੜਾ ਬਾਰਦਾਨਾ ਸੀ ਹਰ ਇੱਕ ਮੰਡੀ ਨੂੰ ਦਿੱਤਾ ਗਿਆ ਸੀਗਾ। ਪਰ ਅੱਜ ਜਿਹੜੀ ਫਸਲ ਆ 90% ਫਸਲ ਆ ਜਿਹੜੀ ਮੰਡੀਆਂ 'ਚ ਆ ਚੁੱਕੀ ਆ। ਹੋ ਸਕਦਾ 5-10% ਕਿਸੇ ਦੀ ਰਹਿੰਦੀ ਹੋਵੇ, ਉਹ ਵੀ ਮੇਰੇ ਖਿਆਲ 'ਚ ਅੱਜ ਰਾਤ ਨੂੰ ਸਾਰੀ ਜਿਹੜੀ ਕਣਕਾਂ ਮੰਡੀਆਂ 'ਚ ਆ ਜਾਊਗੀ। ਅੱਜ ਕਿਸਾਨਾਂ ਨੂੰ 100% ਬਾਰਦਾਨੇ ਦੀ ਜ਼ਰੂਰਤ ਆ, ਜਿਹਦੇ ਵਿੱਚੋਂ 30% ਦੀ ਖੇਪ ਆ ਜਿਹੜੀ ਮੰਡੀਆਂ ਦੇ ਵਿੱਚ ਪਹੁੰਚ ਚੁੱਕੀ ਆ। ਇਹ ਮਾਮਲਾ ਪਰਸੋਂ ਤੋਂ ਹੀ ਅਸੀਂ ਮਾਨਯੋਗ ਐਸਡੀਐਮ ਦੜਬਾ ਦੇ ਧਿਆਨ ਦੇ ਵਿੱਚ ਲਿਆਂਦਾ। ਅੱਜ ਸਵੇਰੇ ਵੀ ਸਾਡੇ ਨਾਲ ਕਿਸਾਨ ਆਗੂ ਸੀਗੇ, ਅਸੀਂ ਬੈਠ ਕੇ ਮੀਟਿੰਗ ਕੀਤੀ ਆ, ਉਹਨਾਂ ਦੇ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਆ ਕਿ ਬਾਰਦਾਨੇ ਦੀ ਵਜ੍ਹਾ ਨਾਲ ਜਿਹੜੀ ਕੀਮਤੀ ਜਿਹੜੀ ਫਸਲ ਹੈ ਉਹ ਮੰਡੀਆਂ ਦੇ ਵਿੱਚ ਪਈ ਆ। ਹਰ ਇੱਕ ਦੇ ਜਿੰਨੇ ਇੰਸਪੈਕਟਰ ਨੇ ਉਹਨਾਂ ਨਾਲ ਵੀ ਗੱਲ ਕੀਤੀ ਆ। ਇੰਸਪੈਕਟਰਾਂ ਦਾ ਕਹਿਣਾ ਕਿ ਜਦ ਤੱਕ ਸਾਡੇ ਕੋਲੇ ਬਾਰਦਾਨਾ ਨਹੀਂ ਹੋਊਗਾ ਅਸੀਂ ਬੋਲੀ ਲਾਉਣ ਲਈ ਮਜਬੂਰ ਆ। ਇਹ ਗੱਲ ਸਾਨੂੰ ਵੀ ਸਮਝ 'ਚ ਆ ਰਹੀ ਆ। ਹੁਣ ਗੱਲ ਇਹ ਹੈ ਕਿ ਜਦੋਂ ਅਸੀਂ ਐਸਡੀਐਮ ਸਾਹਿਬ ਦੇ ਧਿਆਨ 'ਚ ਲਿਆ ਤਾਂ ਹੁਣ ਅਸੀਂ ਸਾਨੂੰ 5 ਵਜੇ ਅਸੀਂ ਨੇ ਖੁਦ ਮੈਡਮ ਨਾਲ ਗੱਲ ਕੀਤੀ ਆ, ਸਕੱਤਰ ਸਾਹਿਬ ਨਾਲ ਗੱਲ ਕੀਤੀ ਆ, ਕਿਸਾਨ ਆਗੂ ਸਾਡੇ ਨਾਲ ਸੀ। ਉਹ ਇਸ ਟਾਈਮ ਡੀਸੀ ਸਾਹਿਬ ਸੰਗਰੂਰ ਮੀਟਿੰਗ ਉਹਨਾਂ ਦੀ ਚੱਲ ਰਹੀ ਆ। ਐਫਸੀਆਈ ਦੇ ਕੁਝ ਜਿਹੜੀਆਂ ਬੋਰੀਆਂ ਨੇ ਲਗਭਗ 49 ਜਿਹੜੀਆਂ ਬਲਕ ਨੇ ਸਾਡੇ ਕੋਲੇ ਪਏ ਨੇ, ਉਹਨਾਂ ਨੂੰ ਟਰਾਂਸਫਰ ਕਰਕੇ ਪਨਗ੍ਰੇਨ ਜਾਂ ਮਾਰਕਫੈਡ ਦੇ ਵਿੱਚ ਟਰਾਂਸਫਰ ਕਰਕੇ ਦਿੱਤੀ ਜਾਊਗੀ। ਤੇ ਹਲੇ ਮੈਨੂੰ ਲੱਗਦਾ ਨਹੀਂ ਕਿ ਉਹ ਫਾਈਨਲ ਨਹੀਂ ਹੋਇਆ। ਜਿਸ ਤਰ੍ਹਾਂ ਮੈਂ ਪ੍ਰਸ਼ਾਸਨ ਦੇ ਨਾਲ ਤੇ ਕਿਸਾਨਾਂ ਦੇ ਵਿੱਚ ਮੈਂ ਔਨ ਗਰਾਊਂਡ ਮੰਡੀਆਂ ਦੇ ਵਿੱਚ ਦੇਖ ਕੇ ਆਇਆ, ਮੈਨੂੰ ਲੱਗਦਾ ਨਹੀਂ ਵੀ ਅੱਜ ਉਹ ਬਾਰਦਾਨਾ ਇੱਥੇ ਪਹੁੰਚੂਗਾ। ਕਾਰਨ ਕੀ ਹੈਗਾ ਕੈਪਟਨ ਸਾਹਿਬ? ਆਪਾਂ ਨੂੰ ਪਤਾ ਹੈ ਕਿ ਨਹੀਂ ਲੱਗਦਾ ਹਜੇ ਬਾਰਦਾਨਾ ਨਹੀਂ ਆਊਗਾ, ਅਸੀਂ ਵੀ ਆਪਦੇ ਲੈਵਲ ਤੇ ਵੀ ਪਤਾ ਕੀਤਾ ਹੈ, ਹਜੇ ਮੇਰੇ ਖਿਆਲ 'ਚ ਵੀ 2 ਦਿਨ ਲੱਗ ਸਕਦੇ ਨੇ, ਬਾਰਦਾਨਾ ਦੀ ਕਮੀ ਨਹੀਂ ਪੂਰੀ ਹੋ ਸਕਦੀ। ਪਰ 2 ਦਿਨਾਂ ਦੇ ਵਿੱਚ ਤਾਂ ਇਹ ਜੇ ਆਪਾਂ ਫਸਲ ਦੇਖ ਲਈਏ, ਬਾਰਿਸ਼ ਦਾ ਮੌਸਮ ਹੈਗਾ, ਕੱਲ੍ਹ ਵੀ ਬਾਰਿਸ਼ ਪੈਣੀ ਹੈਗੀ ਆ, ਫਿਰ ਇਹਦੇ ਹਿਸਾਬ ਨਾਲ ਤਾਂ ਬਾਰਿਸ਼ ਬੜਾ ਨੁਕਸਾਨ ਹੋਊਗਾ ਇਸ ਹਿਸਾਬ ਨਾਲ ਤਾਂ ਫਸਲ ਦਾ। ਜੀ ਮੈਂ ਬਿਲਕੁਲ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ। ਇਹਦੇ ਨਾਲ ਕਿਸਾਨਾਂ ਦੀ ਜਿਹੜੀ ਫਸਲ ਹੈ ਇਹਦਾ ਨੁਕਸਾਨ ਹੋਊਗਾ। ਇਹਦੇ ਵਾਸਤੇ ਪ੍ਰਸ਼ਾਸਨ ਦੇ, ਜਿੱਥੇ ਤੱਕ ਮੇਰਾ ਆਪਣਾ ਫਰਜ਼ ਸੀ ਮੈਂ ਪ੍ਰਸ਼ਾਸਨ ਦੇ ਧਿਆਨ 'ਚ ਲਿਆਤਾ, ਤੇ ਹੁਣ ਪੁਖਤਾ ਬੰਦੋਬਸਤ ਨੇ ਜਿਹੜੇ ਐਸਡੀਐਮ ਸਾਹਿਬ ਦੇ ਜਾਂ ਡੀਸੀ ਸਾਹਿਬ ਤੇ ਕੀ ਸੰਗਿਆਨ ਲੈਂਦੇ ਨੇ, ਕੀ ਕਿਸਾਨਾਂ ਨੂੰ ਜਵਾਬ ਦਿੰਦੇ ਨੇ, ਇਹਦੇ ਵਾਸਤੇ ਸਾਨੂੰ ਕੁਝ ਦੇਰ ਸਾਡੇ ਇੰਤਜ਼ਾਰ ਕਰਨਾ ਪਵੇਗਾ। ਕੈਪਟਨ ਸਾਹਿਬ ਇੱਕ ਸਵਾਲ ਹੋਰ ਪੁੱਛਣਾ ਤੁਹਾਡੇ ਤੋਂ, ਕਿਉਂਕਿ ਤੁਸੀਂ ਜੁੜੇ ਹੋਏ ਹੋ ਸਰਕਾਰ ਨਾਲ, ਸਿੱਧੇ ਜੁੜੇ ਹੋਏ ਹੋ, ਕਿਉਂਕਿ ਕਿਸਾਨਾਂ ਨੂੰ ਕਈ ਵਾਰ ਨਹੀਂ ਉਹ ਗੱਲਾਂ ਤੱਕ ਦਾ ਪਤਾ ਹੁੰਦਾ ਜਿਹੜਾ ਗੱਲਾਂ ਤੁਹਾਡੇ ਤੱਕ ਪਹੁੰਚ ਜਾਂਦੀਆਂ ਨੇਗੀਆਂ। ਸਰਕਾਰ ਨੂੰ ਇਹ ਪਤਾ ਸੀਗਾ ਕਿ ਸੰਘਰਸ਼ ਚੱਲ ਰਿਹਾ ਦਿੱਲੀ ਦੇ ਵਿੱਚ, ਪਰ ਲੇਕਿਨ ਅਸਫਲ ਕਿਉਂ ਰਹੀ ਸਰਕਾਰ ਬਾਰਦਾਨਾ ਪੂਰਾ ਕਰਨ ਦੇ ਵਿੱਚ? ਦੇਖੋ, ਸਾਨੂੰ 1-2 ਜਗ੍ਹਾ ਤੇ ਜਿਹੜੀ ਗੱਲ ਤੁਸੀਂ ਨੇ ਕਹੀ ਆ, ਸਾਨੂੰ ਸ਼ਿਕਾਇਤਾਂ ਇੰਟਰਨਲ ਸੋਰਸ ਦੇ ਰਾਹੀਂ ਇਹ ਪਤਾ ਚੱਲਿਆ ਕਿ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਬਾਰਦਾਨਾ ਜਿਹੜਾ 50 ਤੋਂ 60% ਅਸੀਂ ਪਹੁੰਚਾ ਚੁੱਕੇ ਹਾਂ, ਪਰ ਮੰਡੀਆਂ ਦੇ ਵਿੱਚ 30 ਆਇਆ, ਜਿਹੜਾ ਉਹ 20% ਬਾਰਦਾਨਾ ਕਿਤੇ ਸੈਲਰਾਂ ਦੇ ਵਿੱਚ, ਮੈਂ ਤੁਹਾਡੇ ਚੈਨਲ ਦੇ ਥਰੂ ਸਾਰੇ ਮੇਰੇ ਕਿਸਾਨ ਭਰਾਵਾਂ ਦੇ ਹਿੱਤਾਂ ਦੀ ਖਾਤਰ ਮੈਂ ਕਹਿ ਰਿਹਾ, ਅਗਰ ਕਿਸੇ ਵੀ ਆੜਤੀਏ ਕੋਲੇ ਜਾਂ ਕਿਸੇ ਸੈਲਰ ਮਿਲ ਮਾਲਕ ਕੋਲੇ ਉਹ ਪਿਆ ਤਾਂ ਉਹ ਬਾਰਦਾਨਾ ਕੱਢ ਕੇ ਬਾਹਰ ਦੇਣਾ ਚਾਹੀਦਾ, ਤਾਂ ਕਿ ਜਿਹੜੀ ਉਹਨਾਂ ਦੀ ਫਸਲ ਹੈ, ਮੌਸਮ ਬਹੁਤ ਖਰਾਬ ਆ, ਉਹਨਾਂ ਨੂੰ ਦਿੱਤਾ ਜਾਵੇ। ਤੇ ਇਸ ਤਰ੍ਹਾਂ ਦੀ ਅਗਰ ਕੋਈ ਕਾਰਵਾਈ ਆ, ਮੈਂ ਜ਼ਰੂਰ ਐਸਡੀਐਮ ਸਾਹਿਬ ਨੂੰ ਇਸ ਦੀ ਰਿਕੁਐਸਟ ਕਰੂੰਗਾ ਕਿ ਉਹਨਾਂ ਦੇ ਖਿਲਾਫ ਪਰਚਾ ਕੀਤਾ ਜਾਵੇ ਤੇ ਉਹ ਬਾਰਦਾਨਾ ਬਾਹਰ ਕਢਾ ਕੇ ਕਿਸਾਨਾਂ ਨੂੰ ਖਦਸ਼ਾ ਜਤਾਇਆ ਜਾ ਰਿਹਾ ਕਿਤੇ ਨਾ ਕਿਤੇ ਹੋ ਸਕਦਾ ਹੈ ਕਾਲਾਬਾਜ਼ਾਰੀ ਕਹਿ ਲਈਏ ਆਪਾਂ, ਜਾਂ ਕਿਤੇ ਸਟਾਕਿੰਗ ਕੀਤੀ ਜਾ ਰਹੀ ਹੈਗੀ ਆ। ਦੇਖੋ, ਇਹਦਾ ਕੋਈ ਪੁਖਤੀ ਸਾਡੇ ਕੋਲ ਜਾਣਕਾਰੀ ਨਹੀਂ, ਪਰ ਕਿਸਾਨ ਵਿੱਚੋਂ ਕਹਿ ਰਹੇ ਨੇ ਕਿ ਬਾਰਦਾਨਾ ਸੈਲਰਾਂ ਦੇ ਵਿੱਚ ਪਿਆ। ਇਹਦੇ ਉੱਤੇ ਅਸੀਂ ਅੱਜ ਸਵੇਰੇ ਮੈਡਮ ਨਾਲ ਗੱਲ ਕਰਾਂਗੇ, ਅਗਰ ਕਿਤੋਂ ਇਸ ਤਰ੍ਹਾਂ ਦਾ ਕੇਸ ਮਿਲੂਗਾ ਤਾਂ ਉਹਦੇ ਬਰਾਬਰ ਅਸੀਂ ਮੈਡਮ ਨੂੰ ਕਹਾਂਗੇ ਤੇ ਕਾਰਵਾਈ ਕੀਤੀ ਜਾਵੇ। ਸੋ ਬਿਲਕੁਲ ਕਿਤੇ ਨਾ ਕਿਤੇ ਖਦਸ਼ਾ ਜਿਹੜਾ ਜ਼ਰੂਰ ਜਤਾਇਆ ਜਾ ਰਿਹਾ ਕਿ ਬਾਰਦਾਨੇ ਦੀ ਕਿਤੇ ਨਾ ਕਿਤੇ ਕਾਲਾਬਾਜ਼ਾਰੀ ਹੋ ਰਹੀ ਹੈ ਜਾਂ ਫਿਰ ਸਟਾਕ ਕੀਤਾ ਜਾ ਰਿਹਾ। ਕਿਸ ਤਰ੍ਹਾਂ ਦੇਖਦੇ ਹੋ ਜੀ ਇਸ ਨੂੰ? ਜੇ ਬਾਰਦਾਨੇ ਦੀ ਕਮੀ ਆ ਰਹੀ ਹੈ, ਫਸਲਾਂ
ਰੁਲ ਜਾਣਗੀਆਂ ਫਿਰ ਇਸ ਹਿਸਾਬ ਨਾਲ ਤਾਂ। ਫਸਲਾਂ ਰੁਲਣਗੀਆਂ। ਗਵਰਨਮੈਂਟ ਨੂੰ ਚਾਹੀਦਾ ਕਿ ਆਪਣੇ ਟਾਈਮ ਨਾਲ ਕਿਸਾਨਾਂ ਦੀ ਫਸਲ ਚੱਕੇ, ਕਿਉਂਕਿ ਕਿਸਾਨਾਂ ਨੇ 6 ਮਹੀਨਿਆਂ 'ਚ ਮਸਾਂ ਫਸਲ ਤਿਆਰ ਕੀਤੀ ਹੈ। ਮੌਸਮ ਉੱਪਰੋਂ ਖਰਾਬ ਹੈ, ਬੱਦਲਵਾਈ ਹੈ। ਗਵਰਨਮੈਂਟ ਕਹਿ ਦਿੰਦੀ ਹੈ ਕਿ ਸਾਡੇ ਕੋਲ ਬਹੁਤ ਕੁਝ ਹੈ, ਅਸੀਂ ਸਾਰੀ ਤਿਆਰੀ ਕਰਕੇ ਰੱਖੀ ਹੈ, ਪ੍ਰਬੰਧ ਕੀਤੇ ਹੋਏ ਨੇ, ਪਾਣੀ ਦੇ ਪ੍ਰਬੰਧ ਨੇ, ਫਸਲ ਨੂੰ ਰੱਖਣ ਵਾਸਤੇ ਸ਼ੈੱਡ ਨੇ। ਇੱਥੇ ਕੋਈ ਪ੍ਰਬੰਧ ਨਹੀਂ, ਕੋਈ ਤਰਪਾਲ ਨਹੀਂ, ਕੋਈ ਸ਼ੈੱਡ ਨਹੀਂ। ਬਹੁਤ ਬੁਰਾ ਹਾਲ ਹੈ। ਕਿਸਾਨਾਂ ਦੇ ਬਾਥਰੂਮ ਜਾਣ ਵਾਸਤੇ ਬੜੀਆਂ ਪ੍ਰੋਬਲਮਾਂ ਨੇ, ਪੀਣ ਵਾਸਤੇ ਪਾਣੀ ਨਹੀਂ ਹੈ। ਕਿਸਾਨ ਬਿਲਕੁਲ ਇਹ ਗੱਲ 'ਚ ਨਕੰਮੀ ਹੈ ਜੋ ਕਿ ਆਪਣਾ ਪ੍ਰਬੰਧ ਨਹੀਂ ਕਰ ਰਹੀ ਤੇ ਗੱਲਾਂ ਕਹਿ ਦਿੰਦੇ ਕਿ ਪੂਰੇ ਪ੍ਰਬੰਧ ਸਹੀ ਨੇ। ਇਸ ਕਰਕੇ ਫਸਲ ਖਰਾਬ ਹੁੰਦੀ ਹੈ ਕਿਸਾਨਾਂ ਦੇ, ਇਹਦਾ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ? ਜ਼ਿੰਮੇਵਾਰ ਸਰਕਾਰ ਜ਼ਿੰਮੇਦਾਰ, ਹੋਰ ਕੌਣ ਜ਼ਿੰਮੇਦਾਰ ਹੋਊਗਾ? ਹੋਰ ਆੜਤੀਆ ਥੋੜੀ ਜ਼ਿੰਮੇਦਾਰ ਹੋਊਗਾ। ਆੜਤੀਆਂ ਨੂੰ ਜੇ ਬਾਰਦਾਨਾ ਮਿਲੂਗਾ ਤਾਂ ਹੀ ਆੜਤੀਆ ਭਰੂਗਾ। ਇਹ ਤਾਂ ਕਿਸਾਨ ਨੇ ਜਿਹੜੇ ਵਿਚਾਰੇ ਚੱਲ ਰਹੇ ਆ, ਜੋ ਚੱਲ ਰਹੇ ਆ, ਆਉਂਦੇ ਆ 6 ਮਹੀਨਿਆਂ ਦੀ ਆਸ ਰੱਖਦੇ ਆ ਕਿ ਸਾਨੂੰ ਫਸਲ ਹੈ, ਸਾਡੇ ਬੱਚਿਆਂ ਵਾਸਤੇ ਅਸੀਂ ਕੁਝ ਕਰਾਂਗੇ, ਪਰ ਉਹੀ ਫਸਲ ਸਾਡੀ ਲਾਸਟ 'ਚ ਆ ਕੇ ਮੰਡੀਆਂ 'ਚ ਰੁਲ ਰਹੀ ਹੈ। ਉਹਨੂੰ ਕੋਈ ਦੇਖ ਨਹੀਂ ਰਿਹਾ, ਕੋਈ ਪ੍ਰਬੰਧ ਨਹੀਂ, ਕੋਈ ਪੁਖਤਾ ਪ੍ਰਬੰਧ ਨਹੀਂ। ਗਵਰਨਮੈਂਟ ਕਹਿੰਦੀ ਵੋਟਾਂ ਲੈਣ ਵਾਸਤੇ ਆ ਜਾਂਦੇ ਆ ਕਿ ਅਸੀਂ ਸਭ ਕੁਝ ਕਰਾਂਗੇ, ਤੁਹਾਡੇ ਵਾਸਤੇ ਸਭ ਕੁਝ ਤਿਆਰ ਹੈ। ਕੈਪਟਨ ਸਾਹਿਬ ਨੇ ਪਹਿਲਾਂ ਬਿਆਨ ਦਿੱਤਾ ਕਿ ਹਰ ਪ੍ਰਬੰਧ ਕੀਤੇ ਗਏ ਨੇ, ਪਰ ਮੰਡੀ ਵਿੱਚ ਕੋਈ ਪ੍ਰਬੰਧ ਨਹੀਂ, ਕੋਈ ਸ਼ੈੱਡ ਨਹੀਂ, ਕੋਈ ਪਾਣੀ ਦਾ ਪ੍ਰਬੰਧ ਨਹੀਂ, ਕੋਈ ਗਰਮੀ 'ਚ ਬੈਠਣ ਨੂੰ ਜਗ੍ਹਾ ਨਹੀਂ, ਕੁਛ ਨਹੀਂ। ਉਹ ਸਾਰੇ ਕਿਸਾਨਾਂ ਨੂੰ ਝੱਲਣਾ ਪੈਂਦਾ ਹੈ। ਗਵਰਨਮੈਂਟ ਬਿਲਕੁਲ ਨਕੰਮੀ ਆ, ਕੁਛ ਨਹੀਂ ਕਰ ਰਹੀ। ਵੋਟਾਂ ਤਾਂ ਇਸ ਵਾਰ ਵੀ ਆ ਰਹੀਆਂ ਨੇ, ਤਿਆਰੀ ਹੈ ਵੋਟਾਂ 2022 ਦੀਆਂ ਵੋਟਾਂ ਨਜ਼ਦੀਕ ਨੇ, ਫਸਲ ਵੀ ਹਰ ਵਾਰ ਆਉਂਦੀ ਹੈਗੀ ਆ ਔਰ ਵੋਟਾਂ ਵੀ ਆਉਂਦੀਆਂ ਨੇ, ਕਮੀ ਕਿੱਥੇ ਰਹਿ ਜਾਂਦੀ ਹੈ? ਵੋਟਾਂ ਇਹ ਰਹਿੰਦੀ ਹੈ, ਜਿਹੜੇ ਆਪਣੇ ਬੰਦੇ ਨੇ ਉਹ ਅੱਗੇ ਵਿਖ ਜਾਂਦੇ ਨੇ, ਉਹ ਫਿਰ ਇਹ ਭੁੱਲ ਜਾਂਦੇ ਨੇ ਕਿ ਸਾਡੇ ਨਾਲ ਕੀ ਹੋਇਆ। ਜਿਹੜੇ ਆਪਣੇ ਪਿੰਡਾਂ ਦੇ ਵਿੱਚ ਅੱਗੇ ਬੰਦੇ ਨੇ ਉਹਨਾਂ ਦੇ ਪਿੱਛੇ ਲੱਗ ਜਾਂਦੇ ਆ ਅਸੀਂ। ਫਿਰ ਇਹ ਸਾਡੇ 'ਚ ਵੀ ਕਮੀਆਂ ਹੈਗੀਆਂ ਨੇ। ਆਪਾਂ ਨੂੰ ਆਪਣੀਆਂ ਕਮੀਆਂ ਵੀ ਸੁਧਾਰਨੀਆਂ ਚਾਹੀਦੀਆਂ ਨੇ। ਇਹ ਨਹੀਂ ਹੈਗਾ ਇਹ ਪਿੰਡ ਦਾ ਮੁਖੀ ਹੈ, ਇਹ ਮੇਰਾ ਕੰਮ ਕਰੂਗਾ। ਕੋਈ ਕਿਸੇ ਦਾ ਕੰਮ ਨਹੀਂ ਕਰਦਾ, ਉਹ ਆਪਣਾ ਸਵਾਰਦਾ ਹੈ। ਜੇ ਆਪਣਾ ਤੋਂ ਵੋਟ ਲੈਂਦਾ ਉਹ ਸਿਰਫ ਆਪਣਾ ਗਵਰਨਮੈਂਟ ਤੋਂ ਫਾਇਦਾ ਲੈਂਦਾ, ਸਾਡੇ ਵਾਸਤੇ ਕੁਝ ਨਹੀਂ ਕਰਦਾ। ਇਸ ਕਰਕੇ ਆਪਣੇ ਸਾਰੇ ਭੈਣ ਭਰਾਵਾਂ ਕਿਸਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣਾ ਧਿਆਨ ਦੇ ਕੇ ਜਿਹੜਾ ਤੁਹਾਨੂੰ ਸਹੀ ਉਮੀਦਵਾਰ ਲੱਗਦਾ ਉਹਨੂੰ ਵੋਟ ਪਾਓ। ਵਿਕੋ ਨਾ, ਕਿਸੇ ਦੇ ਪਿੱਛੇ ਲੱਗ ਕੇ ਵੋਟ ਨਾ ਪਾਓ। ਆਪਣੀ ਵੋਟ ਦੀ ਵੈਲਿਊ ਸਮਝੋ ਤੇ ਆਪਣਾ ਹੱਕ ਆਪ ਲੈਣਾ ਸਿੱਖੋ। ਸੋ ਬਿਲਕੁਲ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਜਦੋਂ ਵੋਟ ਦਾ ਇਸਤੇਮਾਲ ਕਰਦੇ ਹੋ ਤਾਂ ਬੜਾ ਸੋਚ ਸਮਝ ਕੇ ਕੀਤਾ ਜਾਵੇ। ਔਰ ਬਜ਼ੁਰਗ ਹੈਗੇ ਨੇ, ਬਜ਼ੁਰਗੋ ਕਿੰਨੇ ਦਿਨ ਹੋ ਗਏ ਬੈਠਿਆਂ ਨੂੰ? 2-3 ਦਿਨ ਹੋ ਗਏ ਜੀ। ਫਸਲ ਵਿਕ ਨਹੀਂ ਰਹੀ? ਵਿਕ ਨਹੀਂ ਰਹੀ। ਆ ਟੂਟੀਆਂ ਦੇਖੋ ਜਾ ਕੇ, ਉੱਥੇ ਕੋਈ ਪਾਣੀ ਦਾ ਪ੍ਰਬੰਧ ਨਹੀਂ, ਉਹੀ ਸੁਣਨੀ ਚੱਲ ਉਹੀ ਟੂਟੀ ਲੱਗੀ ਹੈਗੀ, ਉੱਥੇ ਜਾ ਕੇ ਦੇਖੋ। ਆ ਉਰੇ ਕੋਈ ਟੂਟੀ ਨਹੀਂ ਲੈਣਾ, ਕੋਈ ਸਮਾਰ ਦਾ ਨਹੀਂ ਲੈਣਾ ਦੇਣਾ, ਜੰਗਲ ਪਾਣੀ ਬੈਠਣ ਨੂੰ। ਕਿੰਨੇ ਸਾਲ ਹੋ ਗਏ ਤੁਹਾਨੂੰ ਫਸਲ ਲੈ ਕੇ ਆਉਂਦੇ ਨੂੰ ਇਸ ਮੰਡੀ ਦੇ ਵਿੱਚ? ਉਰੇ ਜੀ ਮੈਨੂੰ ਹੋ ਗਏ 6-7 ਸਾਲ। ਪਹਿਲਾਂ ਅਸੀਂ ਸਮਾਣੇ 40 ਸਾਲ ਲਾਏ ਨੇ। ਹਾਂ, ਹੁਣ ਇਸ ਵਾਰ ਜਿਹੜੀ ਫਸਲ ਹੈ ਬਾਰਦਾਨੇ ਕਾਰਨ ਪਈ ਹੈ? ਬਾਰਦਾਨੇ ਕਾਰਨ ਪਈ ਆ ਵਿਚਾਰੀ। ਹਾਂ, ਬਾਰਦਾਨੇ ਕੀ ਕਾਰਨ। ਕਹਿਣਾ ਚਾਹੁੰਦੇ ਹੋ ਸਰਕਾਰ ਨੂੰ? ਕੈਪਟਨ ਸਾਹਿਬ ਕਹਿੰਦੇ ਸੀਗੇ ਕਿ 1-2 ਦਿਨਾਂ ਦੇ ਵਿੱਚ ਫਸਲ ਕਹਿੰਦੀ ਰੇੜਾਂ ਚਲਾ ਦਾਂਗੇ। ਕੀ ਕਹੀਏ ਅਸੀਂ? ਸਾਨੂੰ ਤਾਂ ਕਹਿੰਦਾ ਰੇੜਾਂ ਚਲਾ ਦਾਂਗੇ। ਮੈਂ ਰੇੜਾਂ ਉਹੀ ਕਹਿ ਕੇ ਰੇੜਾਂ ਚਲਾ ਦਾਂਗੇ ਜੀ। ਤਾਂ ਬਾਰਦਾਨੇ ਉਹਨੂੰ ਕਰੀਏ ਕੀ ਅਸੀਂ? ਉਹਨੂੰ ਆਪੇ ਚਾਹੀਦਾ ਬੰਦੇ ਨੂੰ, ਅਸੀਂ ਰੇੜਾਂ ਕੀ ਚਲਾ ਦਾਂਗੇ? ਆਏ ਹੈ ਬਾਈ। ਫਿਰ ਹੁਣ ਜਿਹੜੀ ਫਸਲ ਹੈਗੀ ਹੈ ਤੁਹਾਡੀ ਇੱਥੇ ਪਈ ਹੈ, ਮੌਸਮ ਖਰਾਬ ਹੈ, ਬਾਰਿਸ਼ ਪੈਣ ਲੱਗ ਰਹੀ ਹੈ, ਕਰੀਏ ਕੀ ਇਲਾਜ ਕਰੀਏ? ਫਿਰ ਇਲਾਜ ਤਾਂ ਗਵਰਨਮੈਂਟ ਕਰੇ ਜਾਂ ਉਹ ਕਰੇ ਬਈ। ਗਵਰਨਮੈਂਟ ਤੇ ਕਰੂ ਆਖਰ ਨੂੰ ਇਲਾਜ, ਅਸੀਂ ਤਾਂ ਨਹੀਂ ਕਰ। ਸੋ ਬਿਲਕੁਲ ਕਿਤੇ ਨਾ ਕਿਤੇ ਗੁੱਸਾ ਜ਼ਰੂਰ ਜਿਹੜਾ ਕਿਸਾਨਾਂ ਦੇ ਵਿੱਚ ਬਣਦਾ ਵੀ ਹੈਗਾ, ਕਿਉਂਕਿ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਨੇ ਜਿਹੜੀਆਂ ਅੱਜ ਕਿਸਾਨਾਂ ਦੀਆਂ ਉਹ ਮੰਡੀਆਂ ਦੇ ਵਿੱਚ ਰੁਲਣ ਲੱਗ ਰਹੀਆਂ ਨੇ। ਤੁਸੀਂ ਤਸਵੀਰਾਂ ਦੇ ਜ਼ਰੀਏ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਸਾਨਾਂ ਦੀਆਂ ਫਸਲਾਂ ਨੇ ਜਿਹੜੀਆਂ ਖੁੱਲੇ ਅਸਮਾਨ ਦੇ ਨੀਚੇ ਪਈਆਂ ਹੈਗੀਆਂ ਨੇ। ਹੋਰ ਡਰਦੇ ਨੇ ਲੇਟ ਵੱਢੀ, ਅਸੀਂ ਡਰਦੇ ਨੇ ਪੱਕੀ ਫਸਲ ਵੱਢੀ ਆ, ਲੇਟ ਡਰਦੇ ਨੇ ਵੱਢੀ ਅਸੀਂ। ਇੱਕ ਪੱਕੀ ਫਸਲ ਦੇ ਕੇ ਇੱਕ ਢੇਰੀ ਗਿੱਲੀ ਦਿਖਾ ਦਿਓ, ਇੱਕ ਵੀ ਨਰਮ ਹੋਵੇ, ਅਸੀਂ ਡਰਦੇ ਨੇ 4 ਦਿਨ ਲੇਟ ਵੱਢੀ ਆ ਫਸਲ। ਫੇਰ ਡਰ ਮੂਰੇ ਆ ਗਿਆ। ਉਹੀ ਡਰ ਮੂਰੇ ਉਹੀ ਆ ਗਿਆ। ਫਿਰ ਉਹੀ ਆ ਗਿਆ, ਫਿਰ ਹੋਰ ਕੀ ਕਰੀ? ਉਹੀ ਆ ਗਿਆ। ਬਿਲਕੁਲ ਕਿਸਾਨਾਂ ਵੱਲੋਂ ਫਸਲਾਂ ਨੇ ਜਿਹੜੀਆਂ ਬਿਲਕੁਲ ਪੱਕੀਆਂ ਹੋਈਆਂ, ਵੱਢੀਆਂ ਗਈਆਂ, ਪਰ ਲੇਕਿਨ ਕਿਤੇ ਨਾ ਕਿਤੇ ਸਰਕਾਰ ਨੂੰ ਜਿਹੜਾ ਹੈਗਾ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ। ਮੈਂ ਇੱਕ ਵਾਰੀ ਤਸਵੀਰਾਂ ਨੇ ਤੁਹਾਨੂੰ ਫੇਰ ਦਿਖਾ ਦਿੰਦਾ ਕਿ ਕਿਸ ਤਰ੍ਹਾਂ ਜਿਹੜੀਆਂ ਪੱਲੀਆਂ ਪਾ ਕੇ ਜਿਹੜੀਆਂ ਹੈਗੀਆਂ ਢੇਰੀਆਂ ਨੇ ਉਹ ਟਕੀਆਂ ਹੋਈਆਂ ਨੇ। ਹਾਲਾਂਕਿ ਪ੍ਰਬੰਧ ਨੇ ਜਿਹੜੇ ਮੁਕੰਮਲ ਹੋਣ ਦੀ ਗੱਲ ਕਹੀ ਗਈ ਪ੍ਰਸ਼ਾਸਨ ਦੇ ਵੱਲੋਂ, ਡਿਪਟੀ ਕਮਿਸ਼ਨਰ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਜਿਹੜੇ ਪੁਖਤਾ ਪ੍ਰਬੰਧ ਨੇ ਉਹ ਅਨਾਜ ਮੰਡੀਆਂ ਦੇ ਵਿੱਚ ਕਰ ਲਏ ਗਏ ਨੇ। ਪਰ ਲੇਕਿਨ ਤਸਵੀਰਾਂ ਦੇ ਜ਼ਰੀਏ ਤੁਸੀਂ ਪ੍ਰਬੰਧ ਜੋ ਕੀਤੇ ਹੋਏ ਨੇ ਉਹ ਦੇਖ ਸਕਦੇ ਹੋ ਔਰ ਅਸਮਾਨ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ। ਅਸਮਾਨ ਤੋਂ ਜੋ ਪ੍ਰਮਾਤਮਾ ਬਾਰਿਸ਼ ਕਰ ਰਿਹਾ ਹੈ, ਇਹਨਾਂ ਫਸਲਾਂ ਦੇ ਉੱਪਰ ਪਾਣੀ ਦੇ ਵਿੱਚ ਤਿਰਨ ਦੇ ਲਈ ਫਸਲਾਂ ਤਿਆਰ ਹੈਗੀਆਂ ਨੇ, ਕਿਉਂਕਿ ਅਗਲੇ 2 ਦਿਨ ਤੱਕ ਬਾਰਿਸ਼ ਹੋਣ ਦਾ ਅਨੁਮਾਨ ਵੀ ਲਗਾਇਆ ਜਾ ਰਿਹਾ ਔਰ ਬਾਰਦਾਨਾ ਜਿਹੜਾ ਹਜੇ ਤੱਕ ਮੰਡੀਆਂ ਦੇ ਵਿੱਚ ਨਹੀਂ ਪੁੱਜ ਰਿਹਾ, ਜੋ ਕਿ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਸਾਨਾਂ ਦੀ ਨੀਂਦ ਜਿਹੜੀ ਹੈਗੀ ਆ ਉੱਡੀ ਹੋਈ ਹੈ, ਕਿਉਂਕਿ ਕਿਸਾਨ ਨੇ ਇੱਕ ਪਾਸੇ
ਪਸ਼ੂਆਂ ਵੱਲ ਜਾਂਦੇ ਨੇ ਕਿ ਪਸ਼ੂ ਨਾ ਕਿਤੇ ਫਸਲ ਨੂੰ ਖਾ ਜਾਣ, ਤਾਂ ਦੂਸਰੇ ਪਾਸੇ ਸਰਕਾਰ ਦਾ ਧਿਆਨ ਬਾਰਦਾਨੇ ਵੱਲ ਜਾਂਦਾ ਹੈ ਕਿ ਜੇ ਬਾਰਦਾਨਾ ਆ ਜੇ, ਫਸਲ ਤੁਲ ਜੇ ਤਾਂ ਅਸੀਂ ਵਿਹਲੇ ਹੋ ਕੇ ਆਪਣੇ ਘਰਾਂ ਨੂੰ ਚੱਲੀਏ ਔਰ ਦਿੱਲੀ ਦੀਆਂ ਸੜਕਾਂ ਤੇ ਜਾ ਬੈਠੀਏ ਦੁਬਾਰਾ ਫਿਰ। ਪਰ ਹੁਣ ਦੇਖਣਾ ਹੋਊਗਾ ਕਿ ਸਰਕਾਰ ਇਸ ਵੱਲ ਕਦੋਂ ਧਿਆਨ ਦਿੰਦੀ ਹੈ ਔਰ ਕਿਵੇਂ ਧਿਆਨ ਦਿੰਦੀ ਹੈ, ਔਰ ਅਪੀਲ ਕਰਦੇ ਹੈਗੇ ਕਿ ਸਰਕਾਰ ਨੂੰ ਕਿ ਜਲਦ ਤੋਂ ਜਲਦ ਬਾਰਦਾਨੇ ਦਾ ਪ੍ਰਬੰਧ ਕਰਕੇ ਸਾਰੀਆਂ ਹੀ ਮੰਡੀਆਂ ਦੇ ਵਿੱਚ ਬਾਰਦਾਨਾ ਮੁਹੱਈਆ ਕਰਵਾਇਆ ਜਾਵੇ, ਤਾਂ ਜੋ ਕਿਸਾਨ ਹੈ ਜਿਹੜਾ ਮੰਡੀਆਂ ਦੇ ਵਿੱਚ ਨਾ ਰੁਲ ਸਕੇ ਔਰ ਜਿਹੜੀ ਕਿਸਾਨਾਂ ਦੀ ਮਿਹਨਤ ਨਾਲ ਪਕਾਈ ਹੋਈ ਫਸਲ ਹੈ ਉਹ ਸਹੀ ਤਰੀਕੇ ਦੇ ਨਾਲ ਵਿਕ ਕੇ ਭਰਤੀ ਹੋ ਜਾਵੇ। ਪੰਜਾਬੀ ਲੋਕ ਚੈਨਲ ਦੇ ਲਈ ਸੰਜੀਵ ਗੋਇਲ, ਸੰਗਰੂਰ।